ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੰਯੁਕਤ ਸਮਾਜ ਮੋਰਚਾ ਕਿਵੇਂ ਕਰੇਗਾ ਚੁਣੌਤੀਆਂ ਦਾ ਟਾਕਰਾ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਕਿਸਾਨ ਜਥੇਬੰਦੀਆਂ ਵੱਲੋਂ ਲੰਘੇ ਦਿਨ ਜਿਹੜਾ ਹੈ ਸੰਯੁਕਤ ਸਮਾਜ ਮੋਰਚੇ ਦਾ ਗਠਨ ਕੀਤਾ ਗਿਆ, ਜਿਸ ਨੂੰ ਹੁਣ 24 ਘੰਟੇ ਪੂਰੇ ਹੋ ਚੁੱਕੇ ਨੇ ਤੇ ਇਸ 24 ਘੰਟੇ ਦੌਰਾਨ ਕਈ ਤਰ੍ਹਾਂ ਦੇ ਸਵਾਲ ਜਿਹੜੇ ਉੱਠ ਰਹੇ ਨੇ। ਕਈ ਲੋਕ ਇਸ ਫੈਸਲੇ ਦੀ ਸ਼ਲਾਘਾ ਕਰ ਰਹੇ ਨੇ, ਸਵਾਗਤ ਕਰ ਰਹੇ ਨੇ, ਤਾਂ ਕਈ ਲੋਕ ਜਿਹੜੇ ਹੈ ਇਸ ਦੀ ਆਲੋਚਨਾ ਵੀ ਕਰਦੇ ਦਿਖਾਈ ਦੇ ਰਹੇ ਨੇ। ਇਹ ਕੋਈ ਸ਼ੱਕ ਨਹੀਂ ਹੈ ਵੀ ਕਿ ਇਹਨਾਂ 22 ਕਿਸਾਨ ਧਿਰਾਂ ਵੱਲੋਂ ਲੰਬੇ ਕਿਸਾਨ ਸੰਘਰਸ਼ ਲੜੇ ਗਏ। ਜੇਕਰ ਗੱਲ ਕਰੀਏ, ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਗਿਆ, ਪਰ ਸਿਆਸੀ ਖੇਤਰ ਵਿੱਚ ਇਹਨਾਂ ਦਾ ਇੱਕ ਨਵਾਂ ਤਜਰਬਾ ਹੈ, ਨਵਾਂ ਪੈਂਤੜਾ ਖੇਡਣ ਜਾ ਰਹੇ ਆ। ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਪੰਜਾਬ ਦੇ ਚੋਣ ਪਿੜ ਦੇ ਵਿੱਚ ਜਿਹੜੀਆਂ ਰਵਾਇਤੀ ਪਾਰਟੀਆਂ ਉਹ ਤਾਂ ਪਹਿਲਾਂ ਹੀ ਕਈ ਦਿਨਾਂ ਤੋਂ ਉਤਰੀਆਂ ਹੋਈਆਂ ਸੀ ਔਰ ਆਪਣੇ ਜਿਹੜੀਆਂ ਸਿਆਸੀ ਰੈਲੀਆਂ ਕਰਨ ਦੇ ਵਿੱਚ ਲੱਗੀਆਂ ਹੋਈਆਂ ਸੀ। ਅਤੇ ਪਿਛਲੇ ਦਿਨਾਂ ਤੋਂ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਸੀ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਕਿਸ ਕਿਸਮ ਦਾ ਪੈਂਤੜਾ ਲਏਗਾ ਜੀ। ਤਾਂ ਇਹ ਗੱਲ ਤਾਂ ਪਹਿਲਾਂ ਹੀ ਸਾਫ਼ ਹੋ ਚੁੱਕੀ ਸੀਗੀ ਕਿ ਸੰਯੁਕਤ ਕਿਸਾਨ ਮੋਰਚਾ ਕਿਸੇ ਕਿਸਮ ਦੀ ਰਾਜਨੀਤੀ ਦੇ ਵਿੱਚ ਨਹੀਂ ਪਏਗਾ ਜੀ। ਸੋ ਉਹ ਗੱਲ ਸਹੀ ਵੀ ਸਾਬਤ ਹੋਈ ਹੈ। ਔਰ ਹੁਣ ਤੋਂ ਤਕਰੀਬਨ 24 ਘੰਟੇ ਪਹਿਲਾਂ ਪੰਜਾਬ ਦੀਆਂ ਜਿਹੜੀਆਂ 32 ਕਿਸਾਨ ਧਿਰਾਂ ਸੀ, ਉਹਨਾਂ ਦੇ ਵਿੱਚੋਂ 22 ਕਿਸਾਨ ਧਿਰਾਂ ਨੇ ਸੰਯੁਕਤ ਸਮਾਜ ਪਾਰਟੀ ਦੇ ਬੈਨਰ ਹੇਠ ਪੰਜਾਬ ਦੀਆਂ ਜਿਹੜੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਤਾਂ ਇਹਨਾਂ ਲੰਘੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਹਰ ਕਾਰਨਰ ਦੇ ਵਿੱਚੋਂ ਕਿਸੇ ਪਾਸਿਓਂ ਚੰਗੀਆਂ ਆਵਾਜ਼ਾਂ, ਕਿਸੇ ਪਾਸਿਓਂ ਇਹਦੇ ਵਿਰੋਧ 'ਚ ਆਵਾਜ਼ਾਂ ਜਿਹੜੀਆਂ ਉੱਠੀਆਂ ਨੇ। ਜਿਹੜੇ ਲੋਕ ਸਵਾ ਸਾਲ ਤੋਂ ਕਿਸਾਨ ਮੋਰਚੇ ਨਾਲ ਜਾਂ ਕਿਸਾਨ ਘੋਲ ਨਾਲ ਇਮੋਸ਼ਨਲੀ ਜੁੜੇ ਹੋਏ ਸੀ, ਜੀ, ਉਹਨਾਂ ਨੇ ਇਸ ਰਣਨੀਤੀ 'ਤੇ ਜਾਂ ਇਸ ਪੈਂਤੜੇ 'ਤੇ ਸਵਾਲ ਉਠਾਏ ਨੇ। ਔਰ ਜਿਹੜੇ ਵਿਰੋਧ ਕਰਨ ਵਾਲੇ ਲੋਕ ਨੇ, ਉਹਨਾਂ ਨੇ 22 ਕਿਸਾਨ ਧਿਰਾਂ 'ਤੇ ਜਿਹੜੀ ਹੈ ਇੱਕ ਤਰ੍ਹਾਂ ਨਾਲ ਆਪਾਂ ਕਹਿ ਲਈਏ ਉਂਗਲਾਂ ਉਠਾਈਆਂ ਨੇ ਉਹਨਾਂ 'ਤੇ। ਜੀ। ਤਾਂ ਦੇਖੋ, ਅੰਦੋਲਨ ਵਾਲਾ ਰਾਹ ਹੈ ਜਿਹੜਾ ਉਹ ਇੱਕ ਵੱਖਰੀ ਨੇਚਰ ਦਾ ਹੁੰਦਾ ਹੈ, ਉਹਦਾ ਇੱਕ ਵੱਖਰਾ ਮੁਹਾਂਦਰਾ ਹੁੰਦਾ ਹੈ। ਜੀ। ਪਰ ਜਿਹੜਾ ਸਿਆਸਤ ਵਾਲਾ ਕੰਮ ਹੈ ਜਾਂ ਸਿਆਸਤ ਦੀ ਜਿਹੜੀ ਦਲਦਲ ਹੈ, ਇਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿਵੇਂ ਸਾਫ਼ ਰੱਖ ਸਕਦੇ ਹੋ, ਕਿਵੇਂ ਆਪਣਾ ਅਕਸ਼ ਹੈ ਜਿਹੜਾ ਉਹ ਪਵਿੱਤਰ ਰੱਖ ਕੇ ਅੱਗੇ ਵੱਧ ਸਕਦੇ ਹੋ, ਇਹ ਇੱਕ ਬਹੁਤ ਵੱਡਾ ਇੱਕ ਚੈਲੰਜ ਵਾਲਾ ਕੰਮ ਹੁੰਦਾ ਹੈ। ਜੀ। ਤਾਂ ਜਿੱਥੇ ਹੁਣ ਇਹ 22 ਕਿਸਾਨ ਧਿਰਾਂ ਨੇ ਚੋਣਾਂ ਲੜਨ ਦਾ ਐਲਾਨ ਕੀਤਾ ਹੈਗਾ, ਅੱਗੇ ਕਿਸ ਪਾਰਟੀ ਨਾਲ ਅਲਾਇੰਸ ਕਰਦੀਆਂ ਨੇ ਜਾਂ ਇੰਡੀਪੈਂਡੈਂਟ, ਜਿਸ ਤਰ੍ਹਾਂ ਹੁਣ ਉਹਨਾਂ ਨੇ ਕਿਹਾ ਹੈ ਕਿ ਅਸੀਂ ਚੋਣਾਂ ਲੜਾਂਗੇ, ਉੱਦਾਂ ਲੜਦੀਆਂ ਨੇ। ਤਾਂ ਜਿੱਥੇ ਇੱਕ ਇਹਨਾਂ ਦੀ ਜ਼ਿੰਮੇਵਾਰੀ ਇਹ ਹੋਏਗੀ ਕਿ ਚੋਣਾਂ ਲੜਨੀਆਂ ਨੇ ਇਹਨਾਂ ਨੇ, ਤਾਂ ਨਾਲ ਨਾਲ ਜਿਹੜੀ ਇੱਕ ਮੋਰਚੇ ਦੇ ਵਿੱਚ ਇੱਕ ਕਮਾਈ ਹੋਈ ਜਿਹੜੀ ਊਰਜਾ ਹੈ ਜਾਂ ਲੋਕਾਂ ਦੀਆਂ ਜਿਹੜੀਆਂ ਆਸਾਂ ਨੇ, ਉਮੰਗਾਂ ਜੁੜੀਆਂ ਹੋਈਆਂ ਨੇ, ਉਹਨਾਂ ਦਾ ਵੀ ਨਾਲੋਂ ਨਾਲ ਇਹਨਾਂ ਨੂੰ ਖਿਆਲ ਰੱਖਣਾ ਹੋਏਗਾ। ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਇੱਕ ਤਰੀਕੇ ਨਾਲ ਉਹ ਦੋਹਰੀ ਹੋ ਜਾਏਗੀ। ਜੀ। ਕਿਉਂਕਿ ਰਾਹ ਜਿਹੜਾ ਸਿਆਸਤ ਵਾਲਾ ਹੈ ਇਹ ਕੋਈ ਪੱਧਰਾ ਤਾਂ ਹੈ ਨਹੀਂ, ਇਹ 'ਤੇ ਬਹੁਤ ਸਾਰੀਆਂ ਜਿਹੜੀਆਂ ਔਕੜਾਂ ਵੀ ਹੋਣਗੀਆਂ। ਪਹਿਲਾਂ ਤੁਸੀਂ ਇੱਕ ਕਿਸਾਨ ਨੇਤਾ ਦੇ ਤੌਰ 'ਤੇ ਵਿਚਰਦੇ ਰਹੇ, ਤੁਹਾਡਾ ਸੋਸਾਇਟੀ ਦੀ ਵੀ ਇੱਕ ਹੋਰ ਤਰ੍ਹਾਂ ਦੀ ਛਵੀ ਸੀ। ਪਰ ਜਦੋਂ ਤੁਸੀਂ ਇੱਕ ਪੋਲੀਟੀਸ਼ੀਅਨ ਦੇ ਤੌਰ 'ਤੇ ਵਿਚਰਨਾ ਹੈ ਤਾਂ ਤੁਹਾਨੂੰ ਕਈ ਤਰ੍ਹਾਂ ਦੇ ਚੈਲੰਜ ਹੈ ਜਿਹੜੇ ਉਹ ਨਾਲੋਂ ਨਾਲ ਖੜ੍ਹੇ ਹੋਣਗੇ, ਉਹਨਾਂ ਦਾ ਸਾਹਮਣਾ ਵੀ ਕਰਨਾ ਹੋਏਗਾ। ਇੱਕ ਜਿਹੜਾ ਤੁਸੀਂ ਕਿਸਾਨ ਧੁਰੇ 'ਤੇ ਖੜ੍ਹ ਕੇ ਜਾਂ ਕਿਸਾਨੀ ਦੇ ਪਲੇਟਫਾਰਮ 'ਤੇ ਖੜ੍ਹ ਕੇ ਲੜਦੇ ਰਹੇ ਹੋ, ਉਹਨਾਂ ਗੱਲਾਂ ਦਾ ਵੀ ਨਾਲੋਂ ਨਾਲ ਤੁਹਾਨੂੰ ਖਿਆਲ ਰੱਖਣਾ ਹੋਏਗਾ। ਜੀ। ਦੇਖੋ, ਜਦੋਂ ਦਾ ਇਹਨਾਂ ਨੇ ਚੋਣਾਂ 'ਚ ਕੁੱਦਣ ਦਾ ਐਲਾਨ ਕੀਤਾ ਆਤਿਸ਼ ਜੀ, ਉਹਦੇ ਵਿੱਚ ਕਈ ਲੋਕ ਤਾਂ ਇਸ ਗੱਲ ਦੀ ਹਮਾਇਤ ਕਰ ਰਹੇ ਨੇ, ਉਹ ਇਸ ਦਾ ਵੈਲਕਮ ਕਰ ਰਹੇ ਨੇ ਕਿ ਅੱਛਾ ਫੈਸਲਾ ਹੋਇਆ ਕਿ ਚੋਣਾਂ ਦੇ ਵਿੱਚ ਉਤਰਨਾ ਚਾਹੀਦਾ ਸੀ ਕਿਸਾਨ ਧਿਰਾਂ ਨੂੰ। ਜੀ। ਅਤੇ ਦੂਸਰੀ ਤਰਫ ਇਹਨਾਂ ਦੇ ਵਿਰੋਧ ਵਾਲੇ ਵੀ ਨੇ ਜਿਹੜੇ ਕਹਿੰਦੇ ਨੇ ਕਿ ਬਿਲਕੁਲ ਬਹੁਤ ਵੱਡੀ ਬੇਵਕੂਫੀ ਕੀਤੀ ਆਗੂਆਂ ਨੇ, ਉਹਨਾਂ ਨੂੰ ਇਸ ਚੋਣਾਂ ਦੇ ਜਿਹੜੇ ਸਿਆਸੀ ਦੰਗਲ ਤੋਂ ਦੂਰ ਰਹਿਣਾ ਚਾਹੀਦਾ ਸੀਗਾ। ਕਿਉਂਕਿ ਇੱਕ ਵੱਡਾ ਨਾਮ ਹੈ ਜਿਹੜਾ ਉਹ ਕੌਮਾਂਤਰੀ ਪੱਧਰ 'ਤੇ ਕਿਸਾਨ ਧਿਰਾਂ ਨੇ ਖੱਟਿਆ ਸੀ ਪਿਛਲੇ ਟਾਈਮ 'ਤੇ। ਤਾਂ ਉਹਨਾਂ ਨੂੰ ਲੱਗਦਾ ਕਿ ਜੇ ਉਹ ਪੋਲੀਟਿਕਸ 'ਚ ਆ ਜਾਣਗੇ ਲੋਕ, ਤਾਂ ਉਹ ਛਵੀ ਹੈ ਜਿਹੜੀ ਖਰਾਬ ਹੋਏਗੀ। ਜੀ। ਤਾਂ ਆਪਾਂ ਪਹਿਲੇ ਪੜਾਅ 'ਤੇ ਜੇ ਗੱਲ ਕਰਨੀ ਹੋਏਗੀ ਤਾਂ ਉਹ ਹੈ ਕਿ ਜਿਹੜੇ ਲੋਕ ਇਹਨਾਂ ਦੇ ਹੱਕ ਦੇ ਵਿੱਚ ਨੇ ਜਾਂ ਇਹਨਾਂ ਦੇ ਆਗੂ ਜਿਹੜੇ 22 ਕਿਸਾਨ ਧਿਰਾਂ ਨੇ ਜਿਨ੍ਹਾਂ ਨੇ ਰਾਜੇਵਾਲ ਨੂੰ ਅੱਗੇ ਲਾਇਆ ਹੈਗਾ, ਇਹ ਦਲੀਲ ਦਿੰਦੇ ਨੇ ਕਿ ਜਦੋਂ ਅਸੀਂ ਕਿਸਾਨ ਮੋਰਚਾ ਸਰ ਕਰ ਲਿਆ ਸੀਗਾ, ਜੀ, ਅਸੀਂ ਜਿੱਤ ਕੇ ਵਾਪਸ ਪੰਜਾਬ ਆ ਗਏ ਸੀ, ਤਾਂ ਅੱਗੇ ਨਾਲੋਂ ਨਾਲ ਜਿਹੜਾ ਚੋਣਾਂ ਸਿਰ 'ਤੇ ਖੜੀਆਂ ਸੀ। ਬਿਲਕੁਲ। ਤਾਂ ਲੋਕਾਂ ਦਾ ਇੱਕ ਸਾਡੇ ਅੱਗੇ ਸਵਾਲ ਸੀ ਕਿ ਅਸੀਂ ਹੁਣ ਚੋਣਾਂ 'ਚ ਕੀ ਕਰੀਏ। ਸਾਨੂੰ ਇਹ ਸਵਾਲ ਉੱਠਦੇ ਸੀ ਕਿਉਂਕਿ ਬਹੁਤ ਸਾਰੀ ਹੈ ਜਿਹੜੇ ਲੋਕ ਹੈ ਮੋਰਚੇ ਦੇ ਵਿੱਚ ਉਹ ਵੀ ਗਏ ਸੀ ਜਿਹੜੇ ਕਿਸੇ ਨਾ ਕਿਸੇ ਸਿਆਸੀ
ਪਹਿਲਾਂ ਵੋਕਲ 'ਚ ਬੈਠੇ ਸੀ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਤਾਲੁਕ ਰੱਖਦੇ ਸੀ, ਕੋਈ ਕਾਂਗਰਸ ਨਾਲ ਤਾਲੁਕ ਰੱਖਦੇ ਸੀ, ਤਾਂ ਕੁਝ ਲੋਕਾਂ ਨੂੰ ਇਹ ਡਰ ਸੀ ਕਿ ਉਹ ਲੋਕ ਵਾਪਸ ਆ ਕੇ ਫਿਰ ਉਹਨਾਂ ਪਾਰਟੀਆਂ ਨਾਲ ਤੁਰਨਗੇ, ਰਵਾਇਤੀ ਧਿਰਾਂ ਦੇ ਨਾਲ ਪਾਲੇ 'ਚ ਖੜਨਗੇ, ਤਾਂ ਸਾਨੂੰ ਕੋਈ ਬਦਲ ਦਿੱਤਾ ਜਾਵੇ। ਤਾਂ ਇਹਨਾਂ ਦੀ ਇੱਕ ਦਲੀਲ ਹੈ ਕਿ ਲੋਕਾਂ ਅੱਗੇ ਇੱਕ ਬਦਲ ਖੜਾ ਕੀਤਾ ਹੈ। ਅਤੇ ਦੂਸਰਾ ਇਹ ਕਿ ਜਿਵੇਂ ਕਿਹਾ ਜਾਂਦਾ ਕਿ ਚੋਣਾਂ ਲੜਨਾ ਤਾਂ ਹਰ ਕਿਸੇ ਦਾ ਇੱਕ ਰਾਈਟ ਹੈਗਾ ਡੈਮੋਕ੍ਰੇਟਿਕ ਸੈਟਅਪ ਦੇ ਵਿੱਚ, ਤਾਂ ਇਹਨਾਂ ਨੂੰ ਲੱਗਦਾ ਹੈਗਾ ਕਿ ਅਸੀਂ ਚੋਣਾਂ ਲੜ ਕੇ ਔਰ ਵਿਧਾਨ ਸਭਾ 'ਚ ਜਾਵਾਂਗੇ ਜਾਂ ਆਪਾਂ ਕਹਿ ਲਈਏ ਪਾਰਲੀਮੈਂਟ 'ਚ ਜਾਵਾਂਗੇ, ਤਾਂ ਅਸੀਂ ਉੱਥੇ ਕਿਸਾਨੀ ਦੀ ਜਿਹੜੀ ਮਸਲੇ ਹੱਲ ਕਰਾਉਣ ਵਾਲੀ ਗੱਲ ਹੈ ਉਹਨੂੰ ਬਿਹਤਰ ਤਰੀਕੇ ਨਾਲ ਰੱਖ ਸਕਾਂਗੇ ਔਰ ਉਹ ਹੱਲ ਕਰਾਉਣ ਦੇ ਸਮਰੱਥ ਹੋ ਸਕਾਂਗੇ। ਜੀ, ਜਿਵੇਂ ਕਹਿੰਦੇ ਕਿ ਡਬਲ ਇੰਜਨ ਵਾਲੀ ਗੱਲ ਹੈ, ਉਹ ਕਹਿੰਦੇ ਕਿ ਅਸੀਂ ਸੜਕ 'ਤੇ ਵੀ ਲੜਾਂਗੇ ਅਤੇ ਨਾਲ ਨਾਲ ਵਿਧਾਨ ਸਭਾ 'ਚ ਵੀ ਲੜਾਂਗੇ। ਤਾਂ ਨਾਲ ਇਹ ਵੀ ਕਿਹਾ ਜਾਂਦਾ ਕਿ ਜੇ ਪਾਰਲੀਮੈਂਟ 'ਚ ਸਾਡੇ ਆਦਮੀ ਬੈਠੇ ਹੁੰਦੇ ਤਾਂ ਨਾਲ ਉਹ ਵੀ ਜ਼ੋਰ ਮਾਰਦੇ, ਤਾਂ ਅਸੀਂ ਸੜਕ 'ਤੇ ਰਹਿ ਕੇ ਲੜਦੇ ਰਹਿੰਦੇ। ਤਾਂ ਇਹ ਦਲੀਲ ਉਹ ਵੀ ਦਿੱਤੀ ਜਾ ਰਹੀ ਹੈ ਉਹਨਾਂ ਵੱਲੋਂ। ਵੱਡੀ ਗੱਲ ਹੈ ਕ੍ਰੈਡੀਬਿਲਿਟੀ ਵਾਲੀ ਇੱਕ। ਤਾਂ ਅਸੀਂ ਜਦੋਂ ਇਹ ਗੱਲ ਕਰਦੇ ਹਾਂ ਕਿ ਰਾਜਨੀਤੀ ਦੇ ਵਿੱਚ ਸਾਫ ਸੁਥਰੇ ਲੋਕ ਆਉਣੇ ਚਾਹੀਦੇ ਨੇ, ਜਿਵੇਂ ਇਹ ਕਿਸਾਨ ਆਗੂ ਅਕਾਲੀ ਆਗੂ ਨਾਲ ਗੱਲ ਉਹ ਕਹਿ ਰਿਹਾ ਸੀਗਾ ਕਿ ਜੇ ਸਪੋਜ਼ ਅਸੀਂ ਨਾ ਆਉਂਦੇ ਤਾਂ ਅਸੀਂ ਇਹ ਹਮੇਸ਼ਾ ਹੀ ਕਹਿੰਦੇ ਰਹਿੰਦੇ ਹਾਂ ਕਿ ਰਾਜਨੀਤੀ ਚੰਗੇ ਬੰਦੇ ਨਹੀਂ ਆਉਂਦੇ, ਚੰਗੇ ਬੰਦਿਆਂ ਨੂੰ ਜਿਹੜੇ ਅੱਗੇ ਵਧਣਾ ਚਾਹੀਦਾ ਹੈਗਾ, ਤਾਂ ਲੋਕਾਂ ਕੋਲ ਕੋਈ ਅਲਟਰਨੇਟਿਵ ਨਹੀਂ ਰਹਿ ਜਾਂਦਾ। ਉਹਨਾਂ ਕੋਲ ਫਿਰ ਉਹਨਾਂ ਨੂੰ ਪੁਰਾਣੇ ਲੋਕਾਂ ਨੂੰ ਜਿਹੜੀ ਵੋਟ ਹੈ ਉਹ ਕਾਸਟ ਕਰਨੀ ਪੈਂਦੀ ਹੈਗੀ ਹੈ। ਤਾਂ ਅਸੀਂ ਇੱਕ ਅਲਟਰਨੇਟਿਵ ਵੀ ਦਿੱਤਾ ਹੈ ਔਰ ਇਹ ਕ੍ਰੈਡੀਬਿਲਿਟੀ ਵਾਲੇ ਲੋਕ ਨੇ। ਜਿਹੜੀਆਂ ਰਵਾਇਤੀ ਪਾਰਟੀਆਂ ਦੇ ਲੋਕ ਹੈ ਉਹ ਤਾਂ ਜਮਾਏ ਹੋਏ, ਉਹਨਾਂ ਬਾਰੇ ਤਾਂ ਲੋਕਾਂ ਨੂੰ ਪਤਾ ਹੈ ਕਿ ਕਿਹੜਾ ਮਾਫੀਆ ਨਾਲ ਰਲਿਆ ਹੋਇਆ ਹੈ, ਕਿਹੜਾ ਦੌਲਤਾਂ ਕਮਾ ਰਿਹਾ ਹੈ, ਕਿਹੜਾ ਪੋਲੀਟਿਕਸ ਦੇ ਨਾਂ 'ਤੇ ਬਿਜ਼ਨਸ ਕਰ ਰਿਹਾ। ਘੱਟੋ ਘੱਟ ਇਹ ਮਾਸ ਬੇਸ ਵਾਲੇ ਲੋਕ ਤਾਂ ਹੈਗੇ ਨੇ। ਬਿਲਕੁਲ, ਘੱਟੋ ਘੱਟ ਮਾਰਜਨ ਤਾਂ ਰਹੇਗਾ ਪੋਲੀਟਿਕਸ ਦੇ ਵਿੱਚ ਇੱਕ ਤਰੀਕੇ ਨਾਲ ਕਿ ਇਹ ਘੱਟੋ ਘੱਟ ਲੋਕਾਂ ਦੀ ਗੱਲ ਜ਼ਰੂਰ ਕਰਨਗੇ, ਕਿਉਂਕਿ ਉਹ ਤਾਂ ਆਪਣੇ ਇੰਟਰਸਟ ਦੀ ਗੱਲ ਕਰਦੇ ਨੇ, ਆਪਣੇ ਬਿਜ਼ਨਸ ਦੀ ਗੱਲ ਕਰਦੇ ਨੇ। ਤਾਂ ਉਹ ਕਹਿੰਦੇ ਅਸੀਂ ਇਹ ਵੀ ਮੌਕਾ ਦਿੱਤਾ ਹੈਗਾ। ਉਹ ਜਿਹੜੇ ਲੋਕ ਉਂਗਲਾਂ ਉਠਾਉਂਦੇ ਨੇ ਕਿ ਜੀ ਇਹ ਕਿਸਾਨ ਕਿਉਂ ਮੈਦਾਨ ਦੇ ਵਿੱਚ ਉਤਰੇ, ਉਹ ਕਹਿੰਦੇ ਕਿਉਂ ਨਹੀਂ ਉਤਰ ਸਕਦੇ ਕਿਸਾਨ। ਜਦੋਂ ਕੋਈ ਗੈਂਗਸਟਰ ਚੋਣਾਂ ਲੜਦਾ ਹੈਗਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਅਤੇ ਯੂਪੀ 'ਚ ਆਪਾਂ ਆਪਣੇ ਐਗਜ਼ਾਮਪਲ ਸਾਹਮਣੇ ਹੈਗੀ ਹੈ। ਬਿਲਕੁਲ। ਅਤੇ ਉਹ ਕਹਿੰਦੇ ਜਦੋਂ ਸਨੀ ਦਿਓਲ ਚੋਣ ਲੜਦਾ ਸਾਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਹੀਮਾ ਮਾਲਿਨੀ ਚੋਣ ਲੜਦੀ ਹੈ ਸਾਨੂੰ ਕੋਈ ਇਤਰਾਜ਼ ਨਹੀਂ, ਧਰਮਿੰਦਰ ਲੜਦਾ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਜਦੋਂ ਕਿਸਾਨ ਲੜਦਾ ਫਿਰ ਇਤਰਾਜ਼ ਕਿਉਂ ਹੁੰਦਾ ਸਾਨੂੰ? ਜੀ ਬਿਲਕੁਲ। ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਸ ਵੇਲੇ ਤਕਰੀਬਨ 44% ਜਿਹੜੇ MP ਹੈ ਉਹਨਾਂ 'ਤੇ ਕੋਈ ਨਾ ਕੋਈ ਦਾਗ ਲੱਗਿਆ ਹੋਇਆ, ਕ੍ਰਿਮੀਨਲ ਨੇ ਉਹ। ਤਾਂ ਅਸੀਂ ਕ੍ਰਿਮੀਨਲਾਂ ਨੂੰ ਬਰਦਾਸ਼ਤ ਕਰ ਰਹੇ ਹਾਂ। ਜਦੋਂ ਅਸੀਂ ਦੌਲਤਮੰਦਾਂ ਨੂੰ ਬਰਦਾਸ਼ਤ ਕਰ ਰਹੇ ਹੈਗੇ ਹਾਂ, ਇੱਦਾਂ ਦੇ ਲੋਕਾਂ ਨੂੰ, ਇੱਦਾਂ ਦੀ ਛਵੀ ਵਾਲੇ ਲੋਕਾਂ ਨੂੰ ਅਸੀਂ ਚੁਣ ਕੇ ਭੇਜ ਰਹੇ ਹਾਂ, ਤਾਂ ਅਸੀਂ ਆਪਣੇ ਲੋਕਾਂ 'ਤੇ ਜਿਹੜੇ ਘੱਟੋ ਘੱਟ ਸਾਫ਼ ਅਕਸ਼ ਵਾਲੇ ਤਾਂ ਹੈਗੇ ਨੇ, ਜਿਹੜੇ ਪਰਖੇ ਹੋਏ ਲੋਕ ਨੇ। ਇਹ ਦਲੀਲਾਂ ਸਭ ਉਹ ਲੋਕ ਦਿੰਦੇ ਨੇ ਜਿਹੜੇ ਚੋਣਾਂ ਦੇ ਪਿੜ ਦੇ ਵਿੱਚ ਖੜੇ ਨੇ। ਫਿਰ ਇੱਕ ਦਲੀਲ ਇਹ ਵੀ ਚੱਲ ਰਹੀ ਹੈਗੀ ਆ ਕਿ ਇਹ ਜਿਹੜਾ ਕਿਸਾਨ ਜੋ ਖਾਸ ਕਰਕੇ ਜਿਵੇਂ ਪੋਲੀਟੀਕਲ ਪਾਰਟੀਆਂ ਵੀ ਆਉਣ ਵਾਲੇ ਦਿਨਾਂ 'ਚ ਇਹ ਗੱਲ ਦਾ ਪ੍ਰਚਾਰ ਕਰਨਗੀਆਂ ਕਿ ਜੀ ਇਹਨਾਂ ਨੇ ਐਜੀਟੇਸ਼ਨ ਨੂੰ ਵੇਚਤਾ, ਉਹਦੇ ਵਿੱਚੋਂ ਇੱਕ ਮੁੱਲ ਖੱਟ ਲਿਆ ਐਜੀਟੇਸ਼ਨ ਦਾ। ਉਹ ਕਹਿੰਦੇ ਕੀ ਇਤਰਾਜ਼ ਹੈ ਇਸ ਦੇ ਵਿੱਚ? ਕੌਣ ਨਹੀਂ ਖੱਟਦਾ? ਕੀ ਕੋਈ ਉਹ ਬਦਨਾਮੀ ਖੱਟ ਲਈ ਹੈਗੀ ਕਿਸੇ ਕਿਸਮ ਦੀ? ਹਜੇ ਤਾਂ ਉਹਨਾਂ 'ਤੇ ਕੋਈ ਇਸ ਤਰ੍ਹਾਂ ਦੀ ਉਂਗਲ ਨਹੀਂ ਉਠਾਈ ਜਾ ਸਕਦੀ। ਕੱਲ੍ਹ ਨੂੰ ਕੋਈ ਈਨ ਮੀਨ ਕਰਨਗੇ ਤਾਂ ਲੋਕਾਂ ਦੀ ਕਚਹਿਰੀ 'ਚ ਉਹਨਾਂ ਨੂੰ ਖੜਨਾ ਪਏਗਾ। ਤਾਂ ਇਸ ਕਿਸਮ ਦੀਆਂ ਦਲੀਲਾਂ ਜਿਹੜੀਆਂ ਉਹਨਾਂ ਦੇ ਪੱਖ ਦੇ ਵਿੱਚ ਖੜਨ ਵਾਲੇ ਲੋਕ ਹੈ, ਜਾਂ ਜਿਹੜੇ ਇਹ ਮੰਨਦੇ ਨੇ ਕਿ ਜਿਹੜੇ ਕਿਸਾਨ ਧਿਰਾਂ ਨੇ ਪੈਂਤੜ ਹੈ ਜਿਹੜਾ ਚੋਣਾਂ ਲੜਨ ਦਾ ਠੀਕ ਲਿਆ, ਉਹ ਇਸ ਕਿਸਮ ਦੀਆਂ ਦਲੀਲਾਂ ਜਿਹੜੀਆਂ ਖੜੀਆਂ ਕਰ ਰਹੇ ਨੇ। ਦੂਜੇ ਪਾਸੇ ਇਸ ਗੱਲ ਦਾ ਵਿਰੋਧ ਵੀ ਹੋ ਰਿਹਾ, ਸਮਾਜ ਦੇ ਇੱਕ ਤਬਕੇ ਦੇ ਵਿੱਚੋਂ ਵਿਰੋਧ ਵੀ ਉੱਠ ਰਿਹਾ। ਵਿਰੋਧ ਵੀ ਦੋ ਤਰ੍ਹਾਂ ਦਾ ਵਿਰੋਧ ਹੋ ਰਿਹਾ। ਇੱਕ ਤਾਂ ਉਹ ਲੋਕ ਹੈ ਜਿਨ੍ਹਾਂ ਨੇ ਸਿਰਫ ਵਿਰੋਧ ਕਰਨਾ ਹੈਗਾ ਕਿ ਉਹਨਾਂ ਨੂੰ ਲੱਗਦਾ ਖੜਕ ਦੇ ਪਹਿਲਾਂ ਜਦੋਂ ਉਹ ਅੰਦੋਲਨ 'ਚ ਕੁੱਦੇ ਹੋਏ ਸੀ ਉਦੋਂ ਵੀ ਉਹ ਉਹਨਾਂ ਦੀਆਂ ਅੱਖਾਂ 'ਚ ਰੜਕਦੇ ਸੀ, ਚਾਹੇ ਉਹ ਕਿਸੇ ਵੀ ਭੇਸ਼ ਦੇ ਵਿੱਚ ਸੀਗੇ। ਤਾਂ ਹੁਣ ਕੁਛ ਲੋਕ ਉਹ ਨੇ ਮੈਜੋਰਟੀ ਕਿ ਜਿਹੜੇ ਭਾਵਿਕ ਤੌਰ 'ਤੇ ਉਸ ਕਿਸਾਨ ਘੋਲ ਨਾਲ ਜੁੜੇ ਹੋਏ ਸੀ, ਜਿਨ੍ਹਾਂ ਦਾ ਉਹਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਸੀ, ਚਾਹੇ ਕਿਸੇ ਵੀ ਰੂਪ ਦੇ ਵਿੱਚ ਸੀਗੀ। ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਇੱਕ ਏਡੀ ਵੱਡੀ ਕਮਾਈ ਕੀਤੀ ਸੀ ਇਸ ਅੰਦੋਲਨ ਦੇ ਵਿੱਚ, ਏਡੀ ਵੱਡੀ ਸਾਡੀ ਊਰਜਾ ਦੀ ਕਮਾਈ ਹੈ, ਇੱਕ ਏਕਤਾ ਦੀ ਕਮਾਈ ਕੀਤੀ ਸੀ ਅਸੀਂ, ਏਡਾ ਵੱਡਾ ਅਕਸ਼ ਕੱਟਿਆ ਸੀ ਅਸੀਂ ਕੌਮਾਂਤਰੀ ਪੱਧਰ 'ਤੇ। ਕਿਤੇ ਇਹ ਜੇ ਚੋਣਾਂ ਲੜਨਗੇ ਤਾਂ ਉਸ ਨੂੰ ਸੱਟ ਨਾ ਲੱਗੇ। ਉਹਨਾਂ ਨੂੰ ਇੱਕ ਤੌਖਲ ਹੈ, ਬਹੁਤ ਵੱਡਾ ਡਰ ਹੈ ਅੰਦਰ ਅੰਦਰੀ, ਖੌਫ ਹੈ ਕਿ ਸਾਡੀ ਕਿਤੇ ਜੇ ਚੋਣਾਂ ਲੜਨਗੇ ਸਾਡੀ ਯੂਨਿਟੀ ਨਾ ਟੁੱਟ ਜੇ ਕਿਸਾਨ ਧਿਰਾਂ ਦੀ। ਆਉਣ ਵਾਲੇ ਦਿਨਾਂ 'ਚ ਸਾਡੇ 'ਤੇ ਹੋਰ ਹੱਲੇ ਹੋਣੇ ਨੇ, ਇਹ ਤਾਂ ਕਾਇਮ ਰਹਿਣੇ ਨੇ। ਤਾਂ ਅਸੀਂ ਉਹਨਾਂ ਦਾ ਟਾਕਰਾ ਕਿਵੇਂ ਕਰਾਂਗੇ? ਜਿਹੜੇ ਸੁਹਿਰਦ ਰੋਗ ਹੈ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਕੋਨੇ ਦੇ ਵਿੱਚ ਪਈ ਹੈ ਕਿ ਜੇ ਇਹ ਲੋਕ ਮੈਦਾਨ 'ਚ ਆ ਜਾਣਗੇ ਤਾਂ ਜਿਹੜੀ ਉਹ ਯੂਨਿਟੀ ਕਮਾਈ ਹੋਈ ਹੈ, ਸਾਡੀ ਊਰਜਾ ਕਮਾਈ ਹੋਈ ਹੈ, ਉਹ ਕਿਤੇ ਤਾਰ ਨਾ ਹੋ ਜੇ। ਕਿਉਂਕਿ ਚੰਗੇ ਭੱਲ ਵਾਲੇ ਲੋਕ ਹੈ, ਕੋਈ ਇਹ ਤਾਂ ਹੈ ਨਹੀਂ ਕਿ ਰਾਤੋਂ ਰਾਤ ਕੋਈ ਕਮਾਈ ਹੋ ਜਾਂਦੀ ਹੈ ਕਿਸੇ ਗੱਲ ਦੀ। ਤਾਂ ਇਹ ਵੀ ਲੋਕਾਂ ਦਾ ਜਿਹੜਾ ਸ਼ੱਕ ਹੈ ਉਹ ਜਾਇਜ਼ ਆ। ਫਿਰ ਉਹਨਾਂ ਨੂੰ ਇਹ ਵੀ ਲੱਗਦਾ ਕਿ ਕਿਤੇ ਭਾਰਤੀ ਜਨਤਾ ਪਾਰਟੀ ਨੇ ਇਸ ਦਾ ਫਾਇਦਾ ਲੈ ਲਵੇ ਕਿ ਤੁਹਾਡੀਆਂ ਵੋਟਾਂ ਜਿਹੜੀਆਂ ਕਿਸਾਨਾਂ ਦੀਆਂ ਅਲੱਗ-ਅਲੱਗ
ਕਾਰਨਰ ਦੇ ਵਿੱਚ ਵੰਡ ਦੇਵੇ ਤੇ ਉਹ ਇਸ ਗੱਲ ਦਾ ਫਾਇਦਾ ਉਠਾ ਲਵੇ। ਇਹ ਵੀ ਉਹਨਾਂ ਦਾ ਡਰ ਹੈ ਜਿਹੜਾ ਜਾਇਜ਼ ਹੈਗਾ। ਇੱਕ ਉਹਨੂੰ ਲੱਗਦਾ ਕਿ ਏਡੀ ਵੱਡੀ ਕਮਾਈ ਅਸੀਂ ਮਸਾਂ ਤਾਂ ਕੀਤੀ ਹੈਗੀ ਹੈ, ਫਿਰ ਉਹਨਾਂ ਨੂੰ ਇਹ ਵੀ ਲੱਗਦਾ ਕਿ ਇਹਨਾਂ ਨੇ ਕੋਈ ਅਜੇ ਤੱਕ ਸਾਡੇ ਕੋਲ ਪ੍ਰੋਗਰਾਮ ਸਾਹਮਣੇ ਸਾਡੇ ਰੱਖਿਆ ਨਹੀਂ, ਕੋਈ ਏਜੰਡਾ ਨਹੀਂ ਪੇਸ਼ ਕੀਤਾ ਕਿ ਇਹਨਾਂ ਨੇ ਚੋਣਾਂ ਦਾ ਐਲਾਨ ਕਰ ਦਿੱਤਾ। ਤਾਂ ਜਿਹੜੇ ਇਹਦਾ ਵਿਰੋਧ ਕਰਨ ਵਾਲੇ ਨੇ ਜਾਂ ਇਸ ਦੇ ਹੱਕ ਦੇ ਵਿੱਚ ਨਹੀਂ ਕਿ ਚੋਣਾਂ ਲੜੀਆਂ ਜਾਣ, ਤਾਂ ਉਹਨਾਂ ਦਾ ਇਹ ਵੀ ਇੱਕ ਸਵਾਲ ਹੈ ਵੱਡਾ ਕਿ ਸਾਡੇ ਅੱਗੇ ਪਹਿਲਾਂ ਇੱਕ ਪ੍ਰੋਗਰਾਮ ਰੱਖਿਆ ਜਾਣਾ ਚਾਹੀਦਾ ਸੀ, ਇੱਕ ਏਜੰਡਾ ਦਿੰਦੇ ਕਿ ਅਸੀਂ ਸਾਡਾ ਆਹ ਏਜੰਡਾ ਹੈ, ਅਸੀਂ ਇਹ ਮਿਨੀਮਮ ਸਾਡਾ ਪ੍ਰੋਗਰਾਮ ਹੋਏਗਾ, ਇਸ ਨੂੰ ਅੱਗੇ ਰੱਖ ਕੇ ਅਸੀਂ ਚੱਲਾਂਗੇ। ਤਾਂ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਦੇ ਪੱਖ ਦੇ ਵਿੱਚ ਵੀ ਉੱਠ ਰਹੀਆਂ ਸੀ ਕਿ ਜਿਹੜੇ ਕਹਿ ਰਹੇ ਨੇ ਕਿ ਠੀਕ ਹੈ, ਕੁਝ ਉਹਦੇ ਵਿਪੱਖ ਦੇ ਵਿੱਚ ਵੀ ਖੜੇ ਨੇ ਜਿਹੜੇ ਕਹਿੰਦੇ ਕਿ ਚੋਣਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ। ਇਹ ਵੀ ਦਲੀਲ ਦਿੱਤੀ ਜਾ ਰਹੀ ਸੀ ਕਿ ਹੁਣ ਤੱਕ ਤਾਂ ਇੱਕ ਕਿਸਾਨ ਨੇਤਾ ਜਿਹੜੇ ਸਾਨੂੰ ਐਜੀਟੇਸ਼ਨ ਦਾ ਪਾਠ ਪੜ੍ਹਾਉਂਦੇ ਰਹੇ ਕਿ ਅਸੀਂ ਆਪਣੇ ਹੱਕ ਲੈਣੇ ਹੋਣ ਤਾਂ ਸਾਨੂੰ ਸੜਕਾਂ 'ਤੇ ਉਤਰਨਾ ਪੈਂਦਾ ਹੈ, ਅਸੀਂ ਆਪਸੀ ਏਕਤਾ ਨਾਲ ਘੋਲ ਲੜ ਕੇ ਹੱਕ ਹਾਸਲ ਕਰ ਸਕਦੇ ਹਾਂ। ਤਾਂ ਹੁਣ ਇਹੀ ਨੇਤਾ ਜਿਹੜੇ ਦੂਜੇ ਰਾਹ ਤੁਰ ਪਏ ਨੇ ਬਿਲਕੁਲ ਕਿ ਨਹੀਂ ਜੀ, ਐਜੀਟੇਸ਼ਨ ਨਾਲ ਨਹੀਂ, ਹੱਕ ਹੈ ਜਿਹੜੇ ਚੋਣਾਂ ਲੜ ਕੇ ਲਏ ਜਾ ਸਕਦੇ ਨੇ। ਤਾਂ ਇਸ ਤਰ੍ਹਾਂ ਦੀਆਂ ਪਾਲਿਸੀਆਂ ਤੋਂ ਜਿਹੜੇ ਕੁਝ ਲੋਕ ਦੁਖੀ ਵੀ ਨੇ, ਕੁਝ ਲੋਕ ਇਸ ਦਾ ਸਵਾਗਤ ਵੀ ਕਰ ਰਹੇ ਨੇ। ਜੀ ਚਰਨਜੀਤ ਜੀ, ਜਿਵੇਂ ਕਿਸਾਨ ਜਥੇਬੰਦੀਆਂ ਨੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ, ਅਸੀਂ ਜਾਣਨਾ ਚਾਹਾਂਗੇ ਚੋਣਾਂ ਦੌਰਾਨ ਕਈ ਤਰ੍ਹਾਂ ਦੀ ਜਿਹੜੀ ਹੈਗੀਆਂ ਦਿੱਕਤਾਂ ਸਮੱਸਿਆਵਾਂ ਜਿਹੜੀ ਸਾਹਮਣੇ ਆਉਂਦੀਆਂ ਨੇ, ਕਿਸਾਨ ਜਥੇਬੰਦੀਆਂ ਨੂੰ ਕਿਸ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ? ਦੇਖੋ ਆਤਿਸ਼ ਜੀ, ਇਹ ਇੱਕ ਤਰ੍ਹਾਂ ਦੀ ਪੰਜਾਬ ਦੀ ਜਿਹੜੀ ਪੋਲੀਟੀਕਲ ਇਕੋਨਮੀ ਹੈ, ਇਹ ਕਿਸਾਨ ਧਿਰਾਂ ਉਸ ਨੂੰ ਮੋੜਾਂ ਦੇਣ ਜਾ ਰਹੀਆਂ ਨੇ ਜੀ, ਇੱਕ ਨਵਾਂ ਰੂਪ ਦੇਣ ਜਾ ਰਹੀਆਂ ਨੇ। ਜੀ ਤਾਂ ਸਹਿਜਾ ਹੀ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਸਾਨੂੰ ਅੰਦਰੋਂ ਵੀ ਤੇ ਬਾਹਰੋਂ ਵੀ ਤੁਹਾਡੇ ਰਾਹ ਰੋਕਣਗੀਆਂ। ਜੀ ਪਹਿਲੀ ਵੱਡੀ ਚੁਣੌਤੀ ਤਾਂ ਇਹ ਹੈ ਕਿ ਤੁਸੀਂ ਇੱਕ ਤਬਕਾ ਕਿਸਾਨੀ ਦਾ ਤੁਸੀਂ ਨਾਅਰਾ ਲਾ ਰਿਹਾ ਹੈ ਕਿ ਤੁਸੀਂ ਸਮਾਜ ਦੇ ਇਸ ਪੂਰੇ ਸਮਾਜ ਨੂੰ ਕਿਵੇਂ ਨਾਲ ਲੈ ਕੇ ਅੱਗੇ ਵਧੋਗੇ। ਜੀ ਕਿਉਂਕਿ ਪੋਲੀਟੀਕਲ ਪਾਰਟੀਆਂ ਦਾ ਤਾਂ ਖਾਸਾ ਇਹ ਹੁੰਦਾ ਹੈ ਕਿ ਉਹ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਦੀਆਂ ਨੇ, ਜੀ ਚਾਹੇ ਉਹ ਡਰਾਮਾ ਕਿਉਂ ਨਾ ਕਰਦੀਆਂ ਹੋਣ। ਤਾਂ ਸਮਾਜ ਦੇ ਵਿੱਚ ਇਕੱਲੇ ਕਿਸਾਨ ਨਹੀਂ, ਕਿਸਾਨ ਤੋਂ ਇਲਾਵਾ ਸਾਡੇ ਕੋਲ ਦਲਿਤ ਭਾਈਚਾਰਾ ਵੀ ਹੈ, OBC ਵੀ ਹੈਗਾ, ਮੁਲਾਜ਼ਮ ਵੀ ਹੈਗੇ ਨੇ, ਕਾਰੋਬਾਰੀ ਹੈਗੇ ਨੇ, ਵਪਾਰੀ ਨੇ, ਸਨਅਤਕਾਰ ਨੇ। ਤਾਂ ਸਾਰੇ ਤਬਕਿਆਂ ਨੂੰ ਨਾਲ ਲੈ ਕੇ ਕਿਵੇਂ ਚੱਲਣਗੇ, ਇਹ ਇੱਕ ਵੱਡਾ ਚੁਣੌਤੀ ਹੋਏਗੀ। ਕਿਉਂਕਿ ਪੰਜਾਬ ਦੀਆਂ ਮੈਨੂੰ ਲੱਗਦਾ 33-34 ਸੀਟਾਂ ਜਿਹੜੀਆਂ ਵਿਧਾਨ ਸਭਾ ਦੀਆਂ ਉਹ ਤਾਂ ਰਿਜ਼ਰਵ ਨੇ, ਬਿਲਕੁਲ, ਕਿ ਉਹ ਕਿਹਨਾਂ ਨੂੰ ਦੇਣਗੀਆਂ। ਫਿਰ ਇਹਨਾਂ ਦਾ ਪਾਲਿਸੀ ਪ੍ਰੋਗਰਾਮ ਕੀ ਹੋਏਗਾ। ਜੇ ਕਿਸੇ ਨਾਲ ਇਹ ਪਾਰਟੀ ਨਾਲ ਸਮਝੌਤਾ ਵੀ ਕਰਦੀਆਂ, ਅਲਾਇੰਸ ਕਰਦੀਆਂ ਨੇ, ਤਾਂ ਫਿਰ ਇਹਨਾਂ ਦਾ ਘੱਟੋ ਘੱਟ ਪ੍ਰੋਗਰਾਮ ਕੀ ਸਹਿਮਤੀ ਬਣੇਗੀ ਉਹਨਾਂ ਨਾਲ। ਜੀ ਤਾਂ ਇਹ ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਦਾ ਇਹਨਾਂ ਨੂੰ ਦੇਖਣਾ ਪਏਗਾ, ਵੱਡਾ ਸਾਹਮਣਾ ਕਰਨਾ ਪਏਗਾ ਪੋਲੀਟੀਕਲ ਪਾਰਟੀਆਂ ਦਾ। ਕਿਉਂਕਿ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਉਹਨਾਂ ਨੂੰ ਇਹ ਕਦੇ ਹਜ਼ਮ ਨਹੀਂ ਹੋਏਗੀ ਗੱਲ ਕਿ ਸਾਡੇ ਪੋਲੀਟੀਕਲ ਡੋਮੇਨ ਦੇ ਵਿੱਚ ਕੋਈ ਨਵੀਂ ਫੋਰਸ ਹੈ ਜਿਹੜੀ ਉਹ ਐਂਟਰ ਹੋਵੇ। ਜੀ ਉਹਨਾਂ ਦਾ ਵੀ ਹਾਜ਼ਮਾ ਇਹ ਖਰਾਬ ਕਰ ਰਹੀ ਹੈ ਗੱਲ। ਤਾਂ ਜਿਵੇਂ ਮੈਂ ਅੱਜ ਇੱਕ ਕਾਂਗਰਸੀ ਆਗੂ ਦਾ ਪੜ੍ਹ ਰਿਹਾ ਸੀ, ਉਹ ਕਹਿ ਰਿਹਾ ਸੀ ਕਿ ਕਿਸਾਨਾਂ ਨੇ ਤਰੇ 700 ਕਿਸਾਨਾਂ ਦੀਆਂ ਸ਼ਹਾਦਤਾਂ ਸੀ, ਉਹਨਾਂ ਨੂੰ ਵੇਚਤਾ। ਜੀ ਤਾਂ ਪਹਿਲਾਂ ਤਾਂ ਗੁਰੇਜ਼ ਕਰਦੀਆਂ ਸੀ ਪੋਲੀਟੀਕਲ ਪਾਰਟੀਆਂ, ਕਿਸੇ ਕਿਸਾਨ ਨੇਤਾ ਨੂੰ ਬੋਲਣ ਤੋਂ ਪਹਿਲਾਂ 10 ਵਾਰੀ ਸੋਚਦੀਆਂ ਸੀ। ਤਾਂ ਹੁਣ ਜਦੋਂ ਪੋਲੀਟੀਕਲ ਨੇਤਾ ਬਣ ਗਏ ਨੇ ਤਾਂ ਉਹ ਵੀ ਆਪਣੇ ਤੰਜ ਹੈ ਜਿਹੜੇ ਇਹਨਾਂ 'ਤੇ ਕੱਸਣਗੇ, ਉਹ ਵੀ ਇਹਨਾਂ ਦੇ ਖਿਲਾਫ ਮੋਰਚਾ ਖੋਲ੍ਹਣਗੇ। ਕਿਉਂਕਿ ਉਹਨਾਂ ਨੂੰ ਇਹ ਗੱਲ ਭਾਵੇਗੀ ਨਹੀਂ ਕਿ ਨਵਾਂ ਬੰਦਾ ਆ ਕੇ ਸਾਡੇ ਲਈ ਕੰਪੀਟੀਸ਼ਨ ਉਹ ਟਫ ਕਰੇ ਅਤੇ ਉਹ ਇਸ ਖੇਤਰ 'ਚੋਂ ਬਾਹਰ ਹੋਣ। ਇਸ ਤਰ੍ਹਾਂ ਕਾਰਪੋਰੇਟਸ ਦੇ ਖਿਲਾਫ ਲੜਾਈ ਤਾਂ ਇਹ ਲੜਦੇ ਰਹੇ ਨੇ ਇਹ ਲੋਕ। ਤਾਂ ਕਾਰਪੋਰੇਟਸ ਨੂੰ ਨਹੀਂ ਚਾਹੇਗਾ ਕਿ ਇਹ ਲੋਕ ਕੱਲ੍ਹ ਨੂੰ ਜੇ ਵਿਧਾਨ ਸਭਾਵਾਂ 'ਚ ਆਉਂਦੇ ਨੇ ਜਾਂ ਪਾਰਲੀਮੈਂਟ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੇ ਰਾਹ ਵੀ ਔਖੇ ਹੋਣਗੇ। ਤਾਂ ਉਹ ਵੀ ਆਪਣੀ ਤਾਕਤ ਹੈ ਜਿਹੜੀ ਸਾਰੀ ਝੋਕਣਗੀਆਂ ਕਾਰਪੋਰੇਟਸ ਜਿਹੜੀਆਂ ਕੰਪਨੀਆਂ ਹੈਗੀਆਂ ਨੇ। ਤਾਂ ਉਹ ਵੀ ਇੱਕ ਵੱਡੀ ਚੁਣੌਤੀ ਹੋਏਗੀ। ਵੱਡਾ ਹੋਏਗਾ ਪ੍ਰੋਗਰਾਮ ਕੀ ਦਿੰਦੇ ਨੇ, ਪਾਲਿਸੀ ਕੀ ਦਿੰਦੇ ਨੇ, ਹੋਰ ਬਹੁਤ ਸਾਰੇ ਪੈਂਤੜੇ ਨੂੰ ਹਰ ਤਰ੍ਹਾਂ ਦੇ ਪੱਖ ਤੋਂ ਦੇਖਣਾ ਪਏਗਾ। ਆਪਣੇ ਐਡੀਟਰ ਸਾਹਿਬ ਸਵਰਾਜਵੀਰ ਹੋਰਾਂ ਨੇ 22 ਦਸੰਬਰ ਨੂੰ ਇੱਕ ਆਰਟੀਕਲ ਲਿਖਿਆ ਸੀਗਾ ਪੰਜਾਬ ਦੀ ਦੁਬਿਧਾ ਬਾਰੇ, ਅਤੇ ਉਹਨਾਂ ਦੇ ਵਿੱਚ ਇਕੋਨੋਮਿਸਟ ਹੈ ਅਤੁਲ ਸੂਦ ਹੈ, ਉਹਦਾ ਹਵਾਲਾ ਦਿੱਤਾ ਸੀ, ਜਿਹੜੇ ਲਿਖਦੇ ਨੇ ਕਿ ਜੇ ਅਗਰ ਕਿਸਾਨ ਧਿਰਾਂ ਨੇ ਪੋਲੀਟਿਕਸ ਦੇ ਵਿੱਚ ਉਤਰਨਾ ਹੈਗਾ ਤਾਂ ਉਹਨਾਂ ਨੂੰ ਘੱਟੋ ਘੱਟ ਲੋਕਾਂ ਅੱਗੇ ਇੱਕ ਏਜੰਡਾ ਪੇਸ਼ ਕਰਨਾ ਹੋਏਗਾ ਜਿਹੜਾ ਲੋਕ ਪੱਖੀ ਏਜੰਡਾ ਹੋਵੇ। ਤਾਂ ਜੇ ਉਹਨਾਂ ਨੂੰ ਇਹ ਵੀ ਦੇਖਣਾ ਹੋਏਗਾ ਕਿ ਉਹਨਾਂ ਕੋਲ ਆਪਣੀ ਸਮਰੱਥਾ ਹੈ, ਉਹਨਾਂ ਕੋਲ ਜਿਹੜਾ ਜਥੇਬੰਦਕ ਢਾਂਚਾ ਇੰਨਾ ਮਜ਼ਬੂਤ ਹੈ ਕਿ ਉਹ ਪੰਜਾਬ ਦੀ ਜਿਹੜੀ ਨੁਹਾਰ ਬਦਲ ਸਕਦੀਆਂ, ਜੇ ਪੰਜਾਬ ਨੂੰ ਮੋੜਾ ਦੇ ਸਕਦੀਆਂ। ਅਗਰ ਉਹਨਾਂ ਨੂੰ ਆਪਣੀ ਸਮਰੱਥਾ ਕਿਤੇ ਵੀ ਘੱਟ ਲੱਗਦੀ ਹੈ ਤਾਂ ਉਹ ਜਿਹੜੀ ਇੱਕ ਯੂਨਿਟੀ ਹੈ, ਜਿਹੜਾ ਅਕਸ ਕਮਾਇਆ ਹੋਇਆ ਹੈ, ਉਹ ਜ਼ਰੂਰ ਧੁੰਦਲਾ ਪੈ ਜਾਏਗਾ। ਉਹ ਗੱਲ ਕਰ ਰਹੇ ਸੀ ਕਿਸਾਨ ਮੋਰਚੇ ਵਾਲੀ। ਜੀ ਚਰਨਜੀਤ ਜੀ, ਇਹ ਤਾਂ ਸੀ ਕਿਸਾਨ ਮੋਰਚੇ ਦੀ ਗੱਲ, ਸੰਯੁਕਤ ਸਮਾਜ ਮੋਰਚੇ ਦੀ ਗੱਲ। ਪਰ ਗੱਲ ਕਰੀਏ ਕਿਸਾਨ ਜਥੇਬੰਦੀਆਂ ਨੇ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਲੰਬੀ ਲੜਾਈ ਲੜੀ
1 ਸਾਲ ਦੇ ਕਰੀਬ ਜਿਹੜਾ ਸੰਘਰਸ਼ ਚੱਲਿਆ, ਮੋਰਚਾ ਚੱਲਿਆ, ਤੇ ਉਸ ਤੋਂ ਬਾਅਦ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਗਿਆ। ਤੇ ਹੁਣ ਜਿਹੜਾ ਹੈ ਕੇਂਦਰੀ ਖੇਤੀ ਮੰਤਰੀ ਮੁੜ ਉਸ ਜਿਹੜੇ ਫੈਸਲੇ ਤੇ ਯੂ ਟਰਨ ਲੈਂਦੇ ਦਿਖਾਈ ਦੇ ਰਹੇ ਨੇ। ਉਸ ਤੋਂ ਬਾਅਦ ਵੀ ਉਹਨਾਂ ਦੇ 2-3 ਬਿਆਨ ਜਿਹੜੇ ਨੇ ਸਾਹਮਣੇ ਆਏ ਨੇ ਪਿਛਲੇ 2 ਦਿਨਾਂ ਦੇ ਵਿੱਚ। ਇਹ ਸਾਰੇ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਕੇਂਦਰੀ ਖੇਤੀ ਮੰਤਰੀ ਜਿਹੜੇ ਨਰਿੰਦਰ ਤੋਮਰ ਨੇ, ਉਹਨਾਂ ਨੂੰ ਤਾਂ ਹੁਣ ਇੱਦਾਂ ਦੇ ਜਿਹੜਾ ਯੂ ਟਰਨ ਲੈ ਰਹੇ ਨੇ, ਕਹਿ ਦੇਣਾ ਚਾਹੀਦਾ ਕਿ ਯੂ ਟਰਨ ਮੰਤਰੀ ਨੇ। ਜਿਸ ਟਾਈਮ ਕਿਸਾਨ ਅੰਦੋਲਨ ਚੱਲਦਾ ਸੀ ਉਦੋਂ ਵੀ ਇੱਕ ਦਿਨ ਕੁਝ ਹੋਰ ਕਹਿੰਦੇ ਸੀ, ਦੂਸਰੇ ਦਿਨ ਉਸ ਤੋਂ ਮੋੜਾ ਕੱਟ ਲੈਂਦੇ ਸੀ। ਤਾਂ ਹਾਲ ਹੀ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਕਾਨੂੰਨ ਵਾਪਸ ਲਏ ਨੇ, ਐਲਾਨ ਕੀਤਾ ਜਾਂ ਸੰਸਦ 'ਚ ਪਾਸ ਹੋ ਕੇ ਵਾਪਸ ਹੋਏ ਨੇ, ਤਾਂ ਉਹਦੇ ਵਿੱਚ ਅਸੀਂ ਦੇਸ਼ ਨੂੰ ਅੱਗੇ ਵਧਾ ਰਹੇ ਸੀ। ਅਸੀਂ ਇੱਕ ਕਦਮ ਆ ਜਿਹੜਾ ਹੁਣ ਪਿਛਾਂਹ ਹਟੇ ਆ ਕਾਨੂੰਨ ਵਾਪਸ ਲੈ ਕੇ, ਪਰ ਅਸੀਂ ਅੱਗੇ ਵਧਦੇ ਰਹਾਂਗੇ। ਉਹਨਾਂ ਦਾ ਇਸ਼ਾਰਾ ਇਹ ਸੀ ਕਿ ਅਸੀਂ ਦੇਰ ਸਵੇਰ ਹੈ ਜਿਹੜੇ ਕਾਨੂੰਨ ਹੈ ਇਹ ਬਣਾਉਣੇ ਹੀ ਬਣਾਉਣੇ ਨੇ। ਤਾਂ ਇਹਦਾ ਬਹੁਤ ਵੱਡਾ ਵਿਰੋਧ ਹੈ ਜਿਹੜਾ 12-13 ਘੰਟਿਆਂ 'ਚ ਖੜਾ ਹੋਇਆ। ਤਾਂ ਨਾਲ ਦੀ ਨਾਲ ਉਹਨਾਂ ਨੇ ਫੇਰ ਯੂ ਟਰਨ ਲੈ ਲਿਆ। ਉਹਨਾਂ ਨੇ ਕਿਹਾ ਜੀ ਮੈਂ ਇੱਦਾਂ ਨਹੀਂ ਕਿਹਾ ਕਿ ਅਸੀਂ ਕਾਨੂੰਨ ਮੁੜ ਲੈ ਕੇ ਆਵਾਂਗੇ, ਇਹ ਤਾਂ ਜਿਹੜਾ ਕਾਂਗਰਸ ਵਾਲੇ ਐਵੇਂ ਕੂੜ ਪ੍ਰਚਾਰ ਹੈ ਜਿਹੜੇ ਕਰ ਰਹੇ ਨੇ। ਤਾਂ ਚਾਹੇ ਉਹਨਾਂ ਨੇ ਇਹ ਗੱਲ ਵਾਪਸ ਲੈ ਲਈ ਆਤਿਸ਼, ਪਰ ਮੈਨੂੰ ਲੱਗਦਾ ਕਿ ਚੋਣਾਂ ਵੀ ਚੱਲ ਰਹੀਆਂ ਤੇ ਚੋਣਾਂ ਦੇ ਦਬਾਅ ਦੇ ਵਿੱਚ ਤੇ ਕਿਸਾਨ ਅੰਦੋਲਨ ਦੇ ਦਬਾਅ ਦੇ ਵਿੱਚ ਬਿੱਲ ਵਾਪਸ ਵੀ ਲੈ ਗਏ, ਰਾਸ਼ਟਰਪਤੀ ਵੀ ਮੋਹਰ ਲੱਗ ਗਈ ਹੈ। ਪਰ ਕਿਤੇ ਨਾ ਕਿਤੇ ਦੇਰ ਸਵੇਰ ਹੈ ਜਿਹੜੀ ਭਾਜਪਾ ਇਸ ਕਿਸਮ ਦੀ ਸ਼ਰਾਰਤ ਕਰ ਸਕਦੀ ਹੈ। ਕਾਨੂੰਨ ਆ ਜਿਹੜੇ ਇਹ ਨਹੀਂ ਕਿ ਇਸ ਸ਼ੇਪ ਦੇ ਵਿੱਚ ਆ ਸਕਦੇ ਨੇ, ਹੋਰ ਸ਼ੇਪ ਦੇ ਵਿੱਚ ਵੀ ਆ ਸਕਦੇ ਨੇ। ਉਹ ਲੋੜ ਹੋ ਸਕਦੀ ਹੈ ਜਾਂ ਕਾਰਪੋਰੇਟਾਂ ਦਾ ਦਬਾਅ ਹੋ ਸਕਦਾ ਹੈਗਾ। ਇੱਕ RSS ਦਾ ਆਪਣਾ ਭਾਰਤੀ ਕਿਸਾਨ ਸੰਘ ਹੈ, ਉਹਨਾਂ ਦੇ ਜਨਰਲ ਸੈਕਟਰੀ ਨੇ ਬਦਰੀ ਨਰੈਣ, ਉਹਨਾਂ ਨੇ ਵੀ ਇਸ ਗੱਲ ਦਾ ਐਲਾਨ ਕੀਤਾ ਕਿ ਉਹ 1 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ ਸਾਰੇ ਸਮੁੱਚੇ ਦੇਸ਼ ਦੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਨਗੇ। ਇੱਕ ਜਾਗਰੂਕਤਾ ਕੰਪੇਨ ਸ਼ੁਰੂ ਕਰ ਰਹੇ ਆ। ਉਹ ਵੀ ਕਹਿ ਰਹੇ ਨੇ ਕਿ ਕਾਨੂੰਨ ਆ ਜਿਹੜੇ ਚੰਗੇ ਨੇ, 90% ਤੇ ਉਹ ਮੋਹਰ ਲਾਉਂਦੇ ਨੇ ਕਿ ਕਾਨੂੰਨ ਚੰਗੇ ਆ। ਉਹ ਚਾਹੁੰਦੇ ਨੇ ਕਿ ਕਾਨੂੰਨ ਬਣਨੇ ਚਾਹੀਦੇ ਨੇ, ਉਹਦੇ ਲਈ ਉਹ ਪ੍ਰਚਾਰ ਮੁਹਿੰਮ ਸ਼ੁਰੂ ਕਰਨਗੇ। ਤੇ ਨਾਲ ਨਾਲ ਉਹ ਇਹ ਵੀ ਕਰ ਰਹੇ ਨੇ ਕਿ 90% ਕਾਨੂੰਨ ਜਿੱਥੇ ਠੀਕ ਨੇ ਉੱਥੇ MSP ਹੈ ਜਿਹੜੀ ਉਹਨੂੰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਤਾਂ ਉਸ ਤੋਂ ਪਹਿਲਾਂ ਰਾਜਸਥਾਨ ਦੇ ਜਿਹੜੇ ਰਾਜਪਾਲ ਹੈ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਕੀਤੀ ਸੀ। ਤਾਂ ਕਿਤੇ ਨਾ ਕਿਤੇ ਭਾਜਪਾ ਵਾਲਿਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਜਿਹੜੇ ਕਾਨੂੰਨ ਵਾਪਸ ਲਏ ਨੇ। ਸੋ ਕਿਸਾਨ ਧਿਰਾਂ ਦੀ ਜ਼ਿੰਮੇਵਾਰੀ ਹੈ ਜਿਹੜੀ, ਜਾਂ ਸੰਯੁਕਤ ਕਿਸਾਨ ਮੋਰਚੇ ਦੀ ਜ਼ਿੰਮੇਵਾਰੀ ਹੈ, ਜਾਂ ਆਪਾਂ ਕਹਿ ਲਈਏ ਕਿ ਸੰਕਟ ਹੈ, ਉਹ ਅਜੇ ਟਲਿਆ ਨਹੀਂ। ਜਿਸ ਕਰਕੇ ਇਹਨਾਂ ਨੂੰ ਚਾਹੇ ਇਹ ਚੋਣਾਂ 'ਚ ਆਪਣਾ ਦਾ ਲਾ ਰਹੇ ਨੇ, ਪਰਖ ਕਰ ਰਹੇ ਨੇ ਇੱਕ ਨਵੇਂ ਟੈਸਟ ਦੇ ਵਿੱਚ, ਤਾਂ ਜਿਹੜਾ ਪੁਰਾਣਾ ਟੈਸਟ ਹੈ ਉਸ ਦਾ ਵੀ ਸਾਨੂੰ ਖਿਆਲ ਰੱਖਣਾ ਪਏਗਾ ਨਾਲੋਂ ਨਾਲ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।